खालसा जी बोलो जी।
चित्त आवे का सत्कार सर्बत सुख होवे। जहाँ जहाँ खालसा जी साहेब तहाँ तहाँ रचा रहाए। देख देख फतेह बिरज की पैच पंथ की जीत श्री साहब जी सहाय। खालसा जी के बोल बाले बोलो जी, बोलो जी। सिखा नूं सिक्खी दान, केस दान, रहत दान, विवेक दान, विसाह दान, भरोसा दान, दानशूर दान, नाम दान, श्री अमृतसर दे दर्शन इशनान, चमकिया झंडे बुगे, जुग जुग टल धर्म का जयकार। खालसा जी बोलो जी, बोलो जी। सिखा दा मन नीवा, मत उची, मत पागा रखा वाहिगुरू। हे अकाल पुरख अपने पंथ दे सदा सहाय दा ताजियो। श्री ननकाना साहब ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਨੂੰ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। हे ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ। ਆਪ ਜੀ ਦੇ ਹਜ਼ੂਰ ਗੁਰਪੁਰਬ ਦੇ ਸਮਰਪਿਤ ਦੀਵਾਨ ਟੋਡਰਮਲ ਪਬਲਿਕ ਸਕੂਲ ਦੇ ਬੱਚਿਆਂ ਵੱਲੋਂ ਜਪਜੀ ਸਾਹਿਬ ਅਤੇ ਆਨੰਦ ਸਾਹਿਬ ਦੀਆਂ 6 ਪੌੜੀਆਂ ਦੇ ਪਾਠ ਦੀ ਅਰਦਾਸ ਹੈ ਜੀ। ਅੱਖਰ ਵਾਧਾ ਘਾਟਾ ਪੁੱਛ ਮਾਫ ਕਰਨੀ, ਸਰਬੱਤ ਦੇ ਕਾਜ ਰਾਸ ਕਰਨੀ। ਇਸ ਸੰਸਥਾ ਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ਣੀ। ਸਭ ਦੇ ਉੱਪਰ ਮਿਹਰ ਪਤਿਆ ਹੱਥ ਰੱਖਣਾ ਜੀ। ਸਹੀ ਪਿਆਰੇ ਮੇਲ ਜਿਨ੍ਹਾਂ ਮੇਰਾ ਤੇਰਾ ਨਾਮ ਚਿਤ ਆਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੀ ਸੰਪਦਾ। ਦੋਹਰਾ ਆਗਿਆ Respected principal ma'am and my dear teachers, dear Vishwajit K. Ranis joins AP in Goa in presence of Kejriwal. Preparations on Kartarpur border reopening on 17 October 2021. CBI conducts 76 raids for crackdown on online child sexual abuse. Delhi Minister suggested temporarily shutting the factories to crack pollution. Rajasthan gives nod to allocation of land for new teachers and all my dear students, ਵਾਹਿਗੁਰੂ ਜੀ ਕਾ ਖਾਲਸਾ ਫਤਿਹ ਪ੍ਰਾਪਤ। ਬੇਟਾ ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਪੂਰੀ ਦੁਨੀਆ ਦੇ ਵਿੱਚ ਖਾਸ ਕਰਕੇ ਪੰਜਾਬ ਵਿੱਚ ਤੇ ਜਿੱਥੇ ਜਿੱਥੇ ਪੰਜਾਬ ਅਤੇ ਪੰਜਾਬੀਅਤ ਵਸਦੀ ਹੈ ਉੱਥੇ ਸਿੱਖ ਧਰਮ ਦੀ ਪਹਿਲੀ ਜੋਤ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਬੜੇ ਹੀ ਧੂਮਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ। ਸੋ ਅੱਜ ਦਾ ਸਮੁੱਚਾ ਪ੍ਰੋਗਰਾਮ ਸਾਹਿਬੇ ਕਮਾਲ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਡੈਲੀਗੇਟਡ ਸਾਡਾ ਪ੍ਰੋਗਰਾਮ ਸੀ। ਬੱਚਿਆਂ ਨੇ ਸਵੇਰ ਤੋਂ ਲੈ ਕੇ ਜੋ ਕੀਰਤਨ ਵਿਖਿਆਨ ਕੀਤਾ, ਸੋ ਇਸ ਸਿਲਸਿਲੇ ਨੂੰ ਅੱਗੇ ਤੋਰਦੇ ਹੋਏ ਮੈਂ ਇਸ ਮੰਚ ਤੋਂ ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਬਹੁਤ ਬਹੁਤ ਹਾਰਦਿਕ ਸ਼ੁਭਕਾਮਨਾਵਾਂ ਭੇਟ ਕਰਦਾ ਹਾਂ। ਸੋ ਅੱਜ ਦੇ ਇਸ ਛੋਟੇ ਜਿਹੇ ਪ੍ਰੋਗਰਾਮ ਦੇ ਵਿੱਚ ਸਾਡੇ ਸਕੂਲੀ ਵਿਦਿਆਰਥੀ ਜਿਹੜੇ ਸਿੱਖ ਧਰਮ ਦੀ
ਸ਼ਹਾਦਤਾਂ ਭਰੀ ਹਿਸਟਰੀ ਦੇ ਵਿੱਚੋਂ ਇੱਕ ਵੀਰ ਕਾਵਿ ਕਵਿਸਰੀ ਤੁਹਾਡੇ ਨਾਲ ਸਾਂਝੀ ਕਰਨਗੇ। ਸੋ ਮੈਂ ਬਹੁਤਾ ਸਮਾਂ ਨਾ ਲੈਂਦਾ ਹੋਇਆ ਕਾਟ 1712 ਪੋਦੀ ਰਾਤ ਹਨੇਰੀ, ਅੱਜ ਸਣੇ ਪੋਤਿਆਂ ਤੇ ਦਾਦੀ ਮਾਂ ਬਿਪਤਾ ਨੇ ਕਿਹੜੀ। ਇੱਕ ਮੌਸਮ ਸਰਦੀ ਦਾ, ਇੱਕ ਮੌਸਮ ਸਰਦੀ ਦਾ, ਦੂਜੇ ਬੈਠੇ ਵਿੱਚ ਚੁਬਾਰੇ, ਲਿਟਣ ਪਏ ਕਲਗੀਧਰ ਦੇ ਰਾਜ ਦੁਲਾਰੇ, ਫਰਸ਼ਾਂ ਤੇ ਲਿਟਣ ਪਏ ਕਲਗੀਧਰ ਦੇ ਰਾਜ ਦੁਲਾਰੇ। ਗੱਡ ਗਮ ਦੀ ਖਲਦੀ ਨਾ ਜਾਂਦੀ, ਸਗੋਂ ਦਿਨੋਂ ਦਿਨ ਪਿੱਛਦੀ, ਵਾਹ ਸ਼ਰਦ ਪਹਾੜਾਂ ਦੀ ਲੰਘ ਜੇ ਜਿਸਮ ਚੀਰਦੀ ਵਿੱਚ ਦੀ। ਮੀਂਹ ਵਾਂਗ ਤਰੇਲ ਪਵੇ, ਮੀਂਹ ਵਾਂਗ ਤਰੇਲ ਪਵੇ, ਜਾਣੀ ਰੋਣੇ ਅੰਬਰ ਦੇ ਤਾਰੇ, ਤੇ ਲਿਟਣ ਪਏ ਕਲਗੀਧਰ ਦੇ ਰਾਜ ਦੁਲਾਰੇ, ਫਰਸ਼ਾਂ ਤੇ ਲਿਟਣ ਪਏ ਕਲਗੀਧਰ ਦੇ ਰਾਜ ਦੁਲਾਰੇ। ਸੀ ਪਾਠ ਸੁਖਮਣੀ ਦਾ ਕਰਦੀ ਕਲਗੀਧਰ ਦੀ ਅੰਬੜੀ, ਪੀਤੜ ਵਿੱਚ ਆਵੇ ਨਾ ਬਣ ਗਈ ਰਾਤ ਜੁਗਾਂ ਤੋਂ ਲੰਬੜੀ। ਇੱਕ ਕੌਮ ਉਸਾਰਨ ਲਈ, ਇੱਕ ਕੌਮ ਉਸਾਰਨ ਲਈ, ਲੱਖ ਲੱਖ ਸਿਰ ਤੇ ਕਸ਼ਟ ਸਹਾਰੇ, ਤੇ ਲਿਟਣ ਪਏ ਕਲਗੀਧਰ ਦੇ ਰਾਜ ਦੁਲਾਰੇ, ਫਰਸ਼ਾਂ ਤੇ ਲਿਟਣ ਪਏ ਕਲਗੀਧਰ ਦੇ ਰਾਜ ਦੁਲਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੌਰ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਦੀ ਬਹੁਤ ਸੋਹਣੀ ਜਿਹੜੀ ਕਵਿਸਰੀ ਸਾਡੇ ਇਸ ਮੰਚ ਤੋਂ ਅੱਜ ਦੇ ਇਸ ਸਮਾਗਮ ਨੂੰ ਅੱਗੇ ਤੋਰਨ ਲਈ, ਚਾਰ ਚੰਦ ਲਾਉਣ ਲਈ ਸਾਡੇ ਬੱਚਿਆਂ ਨੇ ਪੇਸ਼ ਕੀਤੀ। ਸੋ ਅਸੀਂ ਇਹਨਾਂ ਦੇ ਬੜੇ ਆਭਾਰੀ ਹਾਂ। ਪੂਰੀ ਦੁਨੀਆ ਗੁਰੂ ਨਾਨਕ ਪਾਤਸ਼ਾਹ ਜੀ ਦੀ ਇਸ ਇਲਾਹੀ ਜੋਤ ਤੋਂ ਜਗ੍ਹਾ ਮੰਗਾਈ। ਗੁਰੂ ਪਾਤਸ਼ਾਹ ਜੀ ਨੇ ਦੁਨੀਆ ਦੇ ਚਾਰੇ ਕੋਨਿਆਂ ਦੇ ਵਿੱਚ ਜਾ ਕੇ ਸੱਚ ਦੇ ਨਾਮ ਦਾ ਹੋਕਾ ਲਾਇਆ। ਤੇ ਜਦੋਂ ਅਸੀਂ ਕਹਿੰਦੇ ਹਾਂ ਕਿ ਇੱਕ ਗੁਰਬਾਣੀ ਦੀ ਤੁਕ ਭਾਈ ਗੁਰਦਾਸ ਜੀ ਨੇ ਲਿਖੀ ਆ ਕਿ ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲੋਆ। ਇਹ ਸ਼ਬਦਾਂ ਦੇ ਵਿੱਚ ਹੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਜੋ ਇਲਾਹੀ ਜੋਤ ਇਸ ਦੁਨੀਆ ਦੇ ਵਿੱਚ ਆਈ, ਉਸ ਦਾ ਵਿਖਿਆਨ ਕੀਤਾ ਗਿਆ ਹੈ ਕਿ ਬਾਬਰ ਨੂੰ ਜਾਬਰ ਕਹਿਣ ਵਾਲੇ ਗੁਰੂ ਨਾਨਕ ਪਾਤਸ਼ਾਹ ਸਨ। ਉਸ ਸਮੇਂ ਦੁਨੀਆ ਦੇ ਵਿੱਚ ਅੰਧੋਰ ਜੋ ਅੰਧ ਵਿਸ਼ਵਾਸ ਆਇਆ ਸੀ, ਲੋਕ ਵਹਿਮਾਂ ਭਰਮਾਂ ਦੇ ਵਿੱਚ ਫਸੇ ਸਨ। ਇਹ ਉਹ ਸਮਾਂ ਜਦੋਂ ਸਤੀ ਪ੍ਰਥਾ ਇਸ ਸਮਾਜ ਦੇ ਵਿੱਚ ਸੀ। ਉਸ ਟਾਈਮ ਗੁਰੂ ਨਾਨਕ ਪਾਤਸ਼ਾਹ ਜੀ ਨੇ ਸੋ ਕਿਉਂ ਮੰਦਾ ਆਖੀਐ, ਜਿਤ ਜੰਮੈ ਰਾਜਾਨ ਦੇ ਇੱਕ ਤੁਕ ਗੁਰਬਾਣੀ ਦੇ ਵਿੱਚ ਸੰਦੇਸ਼ ਦੇ ਰੂਪ ਵਿੱਚ ਸਾਡੇ ਸਾਹਮਣੇ ਰੱਖੀ ਕਿ ਉਹ ਇਸਤਰੀ ਜੋ ਇਸ ਸਮਾਜ ਨੂੰ ਸਿਰਜਣ ਵਾਲੀ ਹੈ, ਸਾਨੂੰ ਉਸ ਦਾ ਸਤਿਕਾਰ ਕਰਨਾ ਚਾਹੀਦਾ ਹੈ। ਸੋ ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਇਹ ਤਿੰਨ ਚੀਜ਼ਾਂ ਦਾ ਆਦੇਸ਼ ਗੁਰੂ ਨਾਨਕ ਪਾਤਸ਼ਾਹ ਜੀ ਨੇ 20 ਇਸ਼ਨਾਨ ਤੋਂ ਬਾਅਦ ਵੀ ਦਿੱਤਾ। ਤੇ ਸੱਚਾ ਸੌਦਾ ਦੀ ਕਹਾਣੀ ਕੱਲ ਬੰਦੀ ਮੈਮ ਨੇ ਤੁਹਾਨੂੰ ਬਾਖੂਬ ਗੁਰੂ ਪਾਤਸ਼ਾਹ ਜੀ ਨੇ ਦੱਸੀ ਕਿ ਦੁਨੀਆ ਦੇ ਵਿੱਚ ਜੋ ਸੱਚਾ ਸੌਦਾ ਹੈ ਉਹ ਹੈ ਲੋੜਵੰਦਾਂ ਦੀ ਮਦਦ ਕਰਨਾ। ਇੱਕ ਕਹਾਵਤ ਹੁੰਦੀ ਹੈ ਕਿ ਅਸਲ ਇਬਾਦਤ ਉਸ ਖੁਦਾ ਦੀ ਬੰਦੇ ਦੇ ਕੰਮ ਆਉਣਾ। ਸੋ ਗੁਰੂ ਨਾਨਕ ਪਾਤਸ਼ਾਹ ਦੀ ਜੋ ਫਿਲਾਸਫੀ ਦੇ ਵਿੱਚ ਸਾਨੂੰ ਸਿੱਖਣ ਨੂੰ ਮਿਲਦਾ ਹੈ ਕਿ ਜੇਕਰ ਤੁਸੀਂ ਦੁਨੀਆ ਦੇ ਵਿੱਚ ਕਿਸੇ ਦੀ ਮਦਦ ਕਰਨੀ ਹੈ ਜਾਂ ਪ੍ਰਮਾਤਮਾ ਨੂੰ ਪਾਉਣਾ ਹੈ ਤਾਂ ਲੋੜਵੰਦਾਂ ਦੀ ਮਦਦ ਕਰੋ। ਗੁਰੂ ਨਾਨਕ ਪਾਤਸ਼ਾਹ ਜੀ ਨੇ ਉਸ ਸਮੇਂ ਦੀ ਜੋ ਜਨੇਊ ਰਸਮ ਸੀ ਉਸ ਦੇ ਸੰਬੰਧ ਵਿੱਚ ਵੀ ਆਪਣੇ ਵਿਚਾਰ ਰੱਖੇ ਸਨ ਕਿ ਸਾਨੂੰ 7 ਗੁਣਾਂ ਦਾ ਜਨੇਊ ਪਹਿਨਣਾ ਚਾਹੀਦਾ ਹੈ। ਭਾਵ ਸਾਨੂੰ 7 ਦਾ ਜਨੇਊ ਪਾਉਣਾ ਚਾਹੀਦਾ ਹੈ ਜੋ ਸਮੇਂ ਨਾਲ ਨਾ ਤਾਂ ਮੈਲਾ ਹੁੰਦਾ ਹੈ ਤੇ ਨਾ ਹੀ ਟੁੱਟਦਾ ਹੈ। ਜੇ ਧਿਆਨ ਮਨ ਚਿੱਤ ਦੀ ਗੱਲ ਕਰੀਏ ਤਾਂ ਜਦੋਂ ਗੁਰੂ ਪਾਤਸ਼ਾਹ ਜੀ ਇੱਕ ਪਠਾਨ ਕੋਲੇ ਜਾਂ ਅਸੀਂ ਕਹਿੰਦੇ ਆ ਕਿ ਮੁਸਲਮਾਨ ਧਰਮ ਦੇ ਜਿਹੜੇ ਮੌਲਵੀ ਹੁੰਦੇ ਨੇ ਉਹ ਪਾਠ ਕਰਦੇ, ਮਤਲਬ ਅੱਲਾ ਦੀ ਨਮਾਜ਼ ਪੜ੍ਹਦੇ ਸੀ। ਤੇ ਗੁਰੂ ਪਾਤਸ਼ਾਹ ਨੂੰ ਜਦੋਂ ਉਹਨਾਂ ਨੇ ਦੱਸਿਆ ਕਿ ਤੁਹਾਡਾ ਧਿਆਨ ਨਮਾਜ਼ ਵਿੱਚ ਨਹੀਂ ਸੀ ਤਾਂ ਗੁਰੂ ਜੀ ਨੇ ਉਹਨਾਂ ਨੂੰ ਸਵਾਲ ਕਰਿਆ ਕਿ ਤੁਹਾਡਾ ਵੀ ਧਿਆਨ ਨਹੀਂ ਸੀ, ਤੁਹਾਡੇ ਘਰ ਖੂਹ ਦੇ ਲਾਗੇ ਬੰਨੀ ਹੋਈ ਘੋੜੀ ਦੇ ਵਿੱਚ ਤੁਹਾਡਾ ਧਿਆਨ ਸੀ ਕਿ ਉਹਦਾ ਬਸ਼ੇਰਾ ਖੂਹ 'ਚ ਨਾ ਡਿੱਗ ਜਾਵੇ।
ਸੋ ਗੁਰੂ ਪਾਤਸ਼ਾਹ ਜੀ ਜਿਹੜਾ ਮਨ ਚਿੱਤ ਧਿਆਨ ਨੂੰ ਇਕਾਗਰਤਾ ਵੱਲ ਵੀ ਉਹਨਾਂ ਨੇ ਸੰਦੇਸ਼ ਦਿੱਤੇ। ਸੋ ਗੁਰੂ ਪਾਤਸ਼ਾਹ ਜੀ ਜਿੱਥੇ ਜਿੱਥੇ ਵੀ ਦੁਨੀਆ ਦੇ ਵਿੱਚ ਗਏ, ਦੁਨੀਆ ਦੀਆਂ ਚਾਰੇ ਦਿਸ਼ਾਵਾਂ ਦੇ ਵਿੱਚ ਗੁਰੂ ਜੀ ਗਏ, ਉੱਥੇ ਸੱਚ ਦੀ ਵਡਿਆਈ, ਸੱਚ ਦਾ ਹੋਕਾ ਦਿੱਤਾ ਤੇ ਦੁਨੀਆ ਨੂੰ ਵਹਿਮਾਂ ਭਰਮਾਂ ਵਿੱਚੋਂ ਕੱਢ ਕੇ ਇੱਕ ਰੌਸ਼ਨਮਈ ਜੋਤ, ਜਿਹਨੂੰ ਅਸੀਂ ਕਹਿੰਦੇ ਆ ਵੀ ਜਿਹੜੇ ਗੁਰੂ ਜੀ ਸੀਗੇ ਉਸ ਟਾਈਮ ਜਿਵੇਂ ਅਸੀਂ ਹਨੇਰੇ ਦੇ ਵਿੱਚ ਸੂਰਜ ਆਉਂਦਾ ਜਾਂ ਜਦੋਂ ਤਾਰੇ ਤੇ ਚੰਦਰਮਾ ਹੁੰਦਾ, ਇਸ ਹਨੇਰੀ ਰਾਤ ਨੂੰ ਜਦੋਂ ਅਸੀਂ ਅਲਵਿਦਾ ਕਹਿੰਦੇ ਆ ਤਾਂ ਇੱਕ ਸੂਰਜ ਦੇ ਆਉਣ ਤੇ ਹੁੰਦੀ ਹੈ। ਸੋ ਜਿਹੜੇ ਗੁਰੂ ਨਾਨਕ ਪਾਤਸ਼ਾਹ ਸੀ ਉਸ ਸਮੇਂ ਦੇ ਉਹ ਸੂਰਜ ਨੇ ਜਿਨ੍ਹਾਂ ਨੇ ਉਸ ਟਾਈਮ ਦੇ ਅੰਧਕਾਰ ਦੇ ਹਨੇਰੇ ਨੂੰ ਕੱਟ ਕੇ ਗਿਆਨ ਦੀ ਰੋਸ਼ਨੀ ਪੈਦਾ ਕੀਤੀ। ਸੋ ਮੈਂ ਤੁਹਾਡੇ ਨਾਲ ਇੱਕ ਕਵਿਤਾ ਸਾਂਝੀ ਕਰਨਾ ਇਸ ਦੇ ਸੰਬੰਧ ਵਿੱਚ। ਇਹਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦੀ ਫਿਲਾਸਫੀ ਨੂੰ ਮੈਂ ਲਿਖਣ ਦੀ ਕੋਸ਼ਿਸ਼ ਕੀਤੀ ਆ ਤੇ ਇੱਕ ਕਵਿਤਾ ਪੜ੍ਹੀ ਦੀ ਹੁੰਦੀ ਆ ਤੇ ਇੱਕ ਕਵਿਤਾ ਉਚਾਰੀ ਦੀ ਹੁੰਦੀ ਆ। ਸੋ ਮੈਂ ਵੀ ਤੁਹਾਡੇ ਵਰਗਾ ਵਿਦਿਆਰਥੀ ਆ, ਗੁਰੂ ਨਾਨਕ ਪਾਤਸ਼ਾਹ ਜੀ ਦਾ ਮੈਂ ਬੱਚਾ, ਮੈਂ ਉਹਨਾਂ ਦੀ ਵਡਿਆਈ ਦੇ ਵਿੱਚ ਦੋ ਸ਼ਬਦ ਬੋਲਣ ਜਾ ਰਿਹਾ। ਵੈਸੇ ਮੈਂ ਮਤਲਬ ਕਵਿਤਾ ਪੜ੍ਹਦਾ ਹੁੰਦਾ ਤੇ ਅੱਜ ਮੈਂ ਗੁਣਗੁਣਾਉਣ ਦੀ ਕੋਸ਼ਿਸ਼ ਕਰਦਾ ਕਿ ਇਹ ਜਿਵੇਂ ਸਾਡਾ ਅੱਜ ਦਾ ਸਮਾਗਮ ਚੱਲ ਰਿਹਾ ਹੈ ਕਿ ਅਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਵਡਿਆਈ ਕਰਦੇ ਹਾਂ ਤੇ ਸਾਨੂੰ ਆਪਣੇ ਪੁਰਖਿਆਂ ਦੀ, ਆਪਣੇ ਜਿਨ੍ਹਾਂ ਤੋਂ ਅਸੀਂ ਸਿੱਖਿਆ ਲੈਂਦੇ ਆ ਉਹਨਾਂ ਦੇ ਗੁਣਗਾਨ ਕਰਨੇ ਚਾਹੀਦੇ ਨੇ। ਗੁਰੂ ਨਾਨਕ ਪਾਤਸ਼ਾਹ ਜੀ ਦਾ ਜੀਵਨ ਕਾਲ ਜੋ ਰਿਹਾ ਹੈ ਉਹ ਸਾਡੇ ਲਈ ਬਹੁਤ ਹੀ ਵੱਡਾ ਪ੍ਰੇਰਨਾ ਸਰੋਤ ਰਿਹਾ ਹੈ। ਗੁਰੂ ਨਾਨਕ ਪਾਤਸ਼ਾਹ ਜੀ ਸਿੱਖ ਧਰਮ ਦੇ ਉਹ ਪਹਿਲੇ ਅਨਿਆਈ ਨੇ ਜਿਨ੍ਹਾਂ ਨੇ ਆਪਣੀ ਜੋਤ ਵਿੱਚੋਂ 10 ਜੋਤਾਂ ਹੋਰ ਜਗਾਈਆਂ। ਸੋ ਅਸਲ ਦੀਪਕ ਉਹ ਹੈ ਜੋ ਜਗ ਰਿਹਾ ਹੈ ਤੇ ਉਸ ਦੀਪਕ ਤੋਂ ਜਦੋਂ ਦੂਸਰੇ ਦੀਪ ਹੋਰ ਜਗਦੇ ਨੇ ਤਾਂ ਉਹਦੀ ਮਹੱਤਤਾ ਹੁੰਦੀ ਹੈ। ਸੋ ਬੱਚਿਓ, ਕੱਲਾ ਇੱਕ ਦੀਵਾ ਜਗਾਉਣਾ ਵੱਡੀ ਗੱਲ ਨਹੀਂ। ਗੁਰੂ ਨਾਨਕ ਪਾਤਸ਼ਾਹ ਜੀ ਸਿੱਖ ਧਰਮ ਦੀ ਪਹਿਲੀ ਜੋਤ ਸਨ ਜਿਨ੍ਹਾਂ ਦੇ ਵਿੱਚੋਂ 10 ਜੋਤਾਂ ਹੋਰ ਜਗੀਆਂ। ਗੁਰੂ ਅੰਗਦ ਦੇਵ ਜੀ, ਫਿਰ ਅੱਗੇ ਸਾਡੇ ਕੰਟੀਨਿਊ 10 ਗੁਰੂਜ਼ ਗੁਰੂ ਨਾਨਕ ਪਾਤਸ਼ਾਹ ਜੀ ਦੀ ਫਿਲਾਸਫੀ ਨੂੰ ਲੈਂਦੇ ਹੋਏ ਅੱਗੇ ਚੱਲਦੇ ਗਏ। ਸੋ ਇਹ ਸਾਡੇ ਲਈ ਬਹੁਤ ਵੱਡੀ ਮਾਣ ਦੀ ਗੱਲ ਆ ਕਿ ਦੁਨੀਆ ਦੇ ਵਿੱਚ ਸਿੱਖ ਧਰਮ ਇੱਕ ਐਸਾ ਧਰਮ ਆ ਜੋ ਸ਼ਹਾਦਤਾਂ ਨਾਲ ਭਰਿਆ ਹੈ, ਜੋ ਕੁਰਬਾਨੀਆਂ ਨਾਲ ਭਰਿਆ ਹੈ। ਹੁਣੇ ਅਸੀਂ ਬੱਚਿਆਂ ਨੇ ਕਵਿਸਰੀ ਦੇ ਰਾਹੀਂ ਸਿੱਖ ਧਰਮ ਦੀਆਂ ਸ਼ਹਾਦਤਾਂ ਨੂੰ ਗਿਣਿਆ। ਸੋ ਅਸੀਂ ਹਮੇਸ਼ਾ ਲਈ ਗੁਰੂ ਨਾਨਕ ਪਾਤਸ਼ਾਹ ਜੀ ਉਹਨਾਂ ਦੀ ਸੋਚ ਨੂੰ ਸਲੂਟ ਕਰਦੇ ਹਾਂ, ਸਿਜਦਾ ਕਰਦੇ ਹਾਂ, ਜਿਨ੍ਹਾਂ ਨੇ ਇੰਨੀ ਵਧੀਆ ਫਿਲਾਸਫੀ ਦਿੱਤੀ। ਤੇ ਗੁਰੂ ਪਾਤਸ਼ਾਹ ਜੀ ਨੇ ਉਸ ਸਮੇਂ ਬੇਟਾ ਇੱਕ ਵਹਿਮ ਭਰਮ ਸੀ ਕਿ ਨਾ ਕੋ ਹਿੰਦੂ ਨਾ ਕੋ ਮੁਸਲਮਾਨ, ਜਿਹੜੀ ਇਹ ਥਿਊਰੀ ਸੀ ਉਸ ਟਾਈਮ ਹਿੰਦੂ ਅਤੇ ਮੁਸਲਮਾਨਾਂ ਦੇ ਵਿੱਚ ਇੱਕ ਬਹੁਤ ਵੱਡਾ ਪਵਾੜਾ ਸੀ। ਗੁਰੂ ਪਾਤਸ਼ਾਹ ਜੀ ਨੇ ਮਤਲਬ ਸਾਰੇ ਧਰਮਾਂ ਨੂੰ ਵਡਿਆਇਆ, ਸਾਰੀਆਂ ਜਾਤਾਂ ਨੂੰ ਵਡਿਆਇਆ। ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਵੋ। ਸੋ ਅਸੀਂ ਅੱਜ ਕੱਲ੍ਹ ਜਾਤਾਂ ਮਜ਼ਹਬਾਂ ਦੇ ਤੌਰ ਤੇ ਲੜਦੇ ਹਾਂ। ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਪ੍ਰਵਚਨ ਕਰੇ ਸੀ ਕਿ ਮਾਨਸ ਕੀ ਜਾਤ ਸਭ ਹੈ ਇੱਕ ਪਹਿਚਾਨ ਵੋ। ਅਸੀਂ ਸਾਰੇ ਇੱਕ ਹਾਂ। ਗੁਰੂ ਨਾਨਕ ਪਾਤਸ਼ਾਹ ਜੀ ਦਾ ਇੱਕ ਓੰਕਾਰ, ਜਿਹੜਾ ਇੱਕ ਓੰਕਾਰ ਦਾ ਹੋਕਾ ਸੀ ਉਹ ਇਹ ਸੀ ਕਿ ਅਸੀਂ ਸਾਰੇ ਇੱਕ ਪਰਮਾਤਮਾ ਦੇ ਬੱਚੇ ਹਾਂ। ਸਾਨੂੰ ਔਰਤ ਮਰਦ, ਗੋਰਾ ਕਾਲਾ, ਅਮੀਰ ਗਰੀਬ ਇਦਾਂ ਦਾ ਕੋਈ ਫਰਕ ਨਹੀਂ ਸਮਝਣਾ ਚਾਹੀਦਾ। ਸੋ ਮੈਂ ਥੋੜਾ ਜਿਹਾ ਮਾਈਕ ਉਧਰ ਆਵਾਜ਼ ਆ ਰਹੀ ਸੀ ਤਾਂ ਮੈਂ ਆਪਣਾ ਥੋੜ੍ਹੀਆਂ ਵਿਚਾਰਾਂ ਅੱਗੇ ਲੱਗੇ ਸੀ। ਬੇਟਾ ਚਲੋ ਮੈਂ ਹੁਣ ਕਵਿਤਾ ਪੜ੍ਹਦਾ ਤੇ ਉਸ ਤੋਂ ਬਾਅਦ ਪ੍ਰਿੰਸੀਪਲ ਮੈਮ ਤੁਹਾਡੇ ਨਾਲ ਅੱਜ ਦੇ ਇਸ ਦਿਹਾੜੇ ਬਾਰੇ ਵੀ ਆਪਣੇ ਚੰਦ ਵਿਚਾਰ ਰੱਖਣਗੇ। ਸੋ ਮੈਂ ਟਰਾਈ ਕਰਦਾ, ਵੈਸੇ ਮੈਨੂੰ ਮਾਫ ਕਰਨਾ ਜੇ ਮੈਂ ਉਸਦਾ ਨਾ ਨਿਭਾ ਸਕਿਆ। ਮੈਂ ਕਵਿਤਾ ਬੋਲਣ ਲੱਗਿਆ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ। ਜੋਤ ਇਹ ਨਿਰਾਲੀ ਫਿਰੇ ਦੁਨੀਆ ਨੂੰ ਤਾਰਦੀ, ਜੋਤ ਇਹ ਨਿਰਾਲੀ ਫਿਰੇ ਦੁਨੀਆ ਨੂੰ ਤਾਰਦੀ, ਦੱਸੇ ਵਡਿਆਈ ਇਹ ਇੱਕ ਓੰਕਾਰ ਦੀ, ਜੋਤ ਇਹ ਨਿਰਾਲੀ ਸੱਚ ਤੇ ਕਿਰਤ ਦੱਸੇ ਜ਼ਿੰਦਗੀ ਜਿਉਣ ਲਈ, ਲੰਗਰ ਹੈ ਦਿੱਤਾ ਬਾਬੇ ਵੰਡ ਕੇ ਛਕਾਉਣ ਲਈ, ਸੱਚ ਤੇ ਕਿਰਤ ਦੱਸੇ ਜ਼ਿੰਦਗੀ ਜਿਉਣ ਲਈ, ਲੰਗਰ ਹੈ ਬਾਬੇ ਦਿੱਤਾ ਵੰਡ ਕੇ ਛਕਾਉਣ ਲਈ, ਭਰਮਾਂ ਨੂੰ ਤੋੜੇ ਬਾਬਾ ਦੁਨੀਆ ਜਗਾਉਣ ਲਈ, ਭਰਮਾਂ ਨੂੰ ਤੋੜੇ ਬਾਬਾ ਦੁਨੀਆ ਜਗਾਉਣ ਲਈ, ਪੜ੍ਹਨੇ ਨੂੰ ਬਾਣੀ ਦਿੱਤੀ ਮਨ ਸਮਝਾਉਣ ਲਈ, ਪੜ੍ਹਨੇ ਨੂੰ ਬਾਣੀ
ਦਿੱਤੀ ਮਨ ਸਮਝਾਉਣ ਲਈ। ਦੁਨੀਆ ਚ ਘੁੰਮੇ ਬਾਬਾ ਸੱਚ ਨੂੰ ਫੈਲਾਉਣ ਲਈ। ਦੁਨੀਆ ਚ ਘੁੰਮੇ ਬਾਬਾ ਸੱਚ ਨੂੰ ਫੈਲਾਉਣ ਲਈ। ਝੂਠਿਆਂ ਨੂੰ ਨੇਕੀ ਵਾਲਾ ਰਸਤਾ ਵਿਖਾਉਣ ਲਈ। ਝੂਠਿਆਂ ਨੂੰ ਨੇਕੀ ਵਾਲਾ ਰਸਤਾ ਵਿਖਾਉਣ ਲਈ। ਝੂਠ ਤੇ ਪਖੰਡ ਬਾਬੇ ਪਿੱਟੇ ਜਾ ਕੇ ਥਾਂ ਥਾਂ। ਝੂਠ ਤੇ ਪਖੰਡ ਬਾਬੇ ਪਿੱਟੇ ਜਾ ਕੇ ਥਾਂ ਥਾਂ। ਪਖੰਡੀਆਂ ਨੂੰ ਸੱਚ ਵਾਲਾ ਰਸਤਾ ਵਿਖਾਉਣ ਲਈ। ਪਖੰਡੀਆਂ ਨੂੰ ਸੱਚ ਵਾਲਾ ਰਸਤਾ ਵਿਖਾਉਣ ਲਈ। ਹੱਥਾਂ ਨਾਲ ਕਿਰਤ ਕਰ ਮੁਖ ਨਾਲ ਨਾਮ ਜਪ। ਹੱਥਾਂ ਨਾਲ ਕਿਰਤ ਕਰ ਮੁਖ ਨਾਲ ਨਾਮ ਜਪ। ਧਿਆਨ ਸਦਾ ਰੱਖੀ ਉਹਦੇ ਚਰਨੀ ਟਿਕਾਉਣ ਲਈ। ਬਾਬੇ ਪਰ ਚਾਰ ਚੱਕ ਨਾਮ ਨੂੰ ਜਪਾਉਣ ਲਈ। ਬਾਬੇ ਪਰ ਚਾਰ ਚੱਕ ਨਾਮ ਨੂੰ ਜਪਾਉਣ ਲਈ। ਦੁਨੀਆ ਤੇ ਜੋਤ ਆਈ ਹਨੇਰ ਨੂੰ ਮਿਟਾਉਣ ਲਈ। ਦੁਨੀਆ ਤੇ ਜੋਤ ਆਈ ਹਨੇਰ ਨੂੰ ਮਿਟਾਉਣ ਲਈ। ਧਰਮਾਂ ਦੀ ਕੰਧ ਖੜੀ ਹਉਮੈ ਵਾਲੀ ਰੱਤ ਫੜੀ। ਬਾਬੇ ਫੜੀ ਨਾਮ ਛੜੀ ਸਭ ਭਰਮ ਮਿਟਾਉਣ ਲਈ। ਸ਼ਬਦ ਗੁਰੂ ਦੀ ਬਾਬੇ ਦਾਤ ਦਿੱਤੀ ਜਗ ਨੂੰ। ਸ਼ਬਦ ਗੁਰੂ ਦੀ ਬਾਬੇ ਦਾਤ ਦਿੱਤੀ ਜਗ ਨੂੰ। ਸੰਦੀਪ ਜੇ ਭੁੱਲਿਆਂ ਨੂੰ ਸਿੱਧੇ ਰਾਹ ਪਾਉਣ ਲਈ। ਸੰਦੀਪ ਜੇ ਭੁੱਲਿਆਂ ਨੂੰ ਸਿੱਧੇ ਰਾਹ ਪਾਉਣ ਲਈ। ਜੋਤ ਏ ਇਲਾਹੀ ਆਈ ਜਗ ਰਸਨਾਉਣ ਲਈ। ਭੁੱਲੇ ਹੋਏ ਰਾਹੀਆਂ ਨੂੰ ਸਿੱਧੇ ਰਾਹ ਪਾਉਣ ਲਈ। ਭੁੱਲੇ ਹੋਏ ਰਾਹੀਆਂ ਨੂੰ ਸਿੱਧੇ ਰਾਹ ਪਾਉਣ ਲਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। My heartfelt wishes to your Punjabi teacher. Big round of applause for Mr. Sandeep Singh. Now a beautiful poem. It was merely a song otherwise. It was sung like a song. So very nice. It was good. It was marvelous. Then your student of class 8 who did part today. Where is he? Mandara. Very nice. I think this boy is God gifted. This boy is really God gifted. I was right now talking to Sandeep that this boy is God gifted and you must be more polished. I'll request Mr. Nadeep Singh to polish this boy more. And the team which he carries, like the other boys, other 3 boys, they are again very nice. Please stand a bit up. My personal feeling is that if we could, and we means you as a student and even myself as a principal, if we could follow a single teaching of such Mahapurush, then we will be successful. Like teaching when we start, like he was talking about the women empowerment, the religion, means so many things Sandeep Singh has also delivered amongst us. Mandeep madam also told so many things related to the history of Guru Nanak Dev Ji. If we could follow a single bit of the stories from Sri Guru Nanak Dev Ji, I feel we will be a good citizen, we will be a good human being. So I request each one to listen to these very properly.
Hear from your parents, hear it from your teachers, hear it from your religion teacher, and try to follow it, try to inculcate, try to imbibe these values, because these are the ones which will lead to a successful nation, a successful leader. Understood or not? So listen to them very carefully. This was ultimate. Moving on to the best wishes. This is just from the core of my heart, from the bottom of my heart. I wish each one of you a very, very happy Gurpurab. May Gurpurab enlighten your mind, enlighten your soul. May give you peace, prosperity, a good health, wealth to you, to your parents, to the society. Once again, I wish you all a very, very, very happy Gurpurab. Enjoy the festival. Thank you so much.